हेलो दोस्तों, अज दी सैकेंड स्टोरी है ग्रेडी बॉय लालची मुंडा। सैम एंड टॉम वर आइडेंटिकल ट्विंस। सैम और टॉम जिहड़े सीगे ओह पछाण दे तौर पर ट्विंस सीगे, जुड़वा सी। दे वर सो आइडेंटिकल दैट इवन देयर मदर फाउंड इट डिफिकल्ट टू डिस्टिंग्विश one from the other, at least during their initial days on earth। ਤੇ ਉਹ ਇੰਨੇ ਜ਼ਿਆਦਾ ਇੱਕ ਦੂਜੇ ਨਾਲ ਮਿਲਦੇ ਜੁਲਦੇ ਸੀ ਕਿ ਉਹਨਾਂ ਦੀ ਮਾਂ ਵੀ ਉਹਨਾਂ ਨੂੰ ਡਿਸਟਿੰਗੁਇਸ਼ ਵੱਖਰੇ ਤੌਰ 'ਤੇ ਪਛਾਣ ਨਹੀਂ ਪਾਉਂਦੀ ਸੀ। ਡਿਫੀਕਲਟ ਸੀ ਮਾਂ ਦੇ ਲਈ ਵੀ ਜਦੋਂ ਤੋਂ ਉਹ ਪੈਦਾ ਹੋਏ ਸੀ। ਹਾਊਐਵਰ परंतु they were very different from each other when it came to everything other than their appearance। पर आदतां वगैरह ਦੇ ਵਿੱਚ ਉਹ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਅਲੱਗ ਸੀ। ਅਪੀਅਰੈਂਸ ਦੇ ਵਿੱਚ ਦੋਨੋਂ ਸੇਮ ਸੀ, ਦਿੱਖ ਦੇ ਵਿੱਚ ਦੋਨੋਂ ਸੇਮ ਸੀ। ਸੈਮ ਹੈਡ ਨੋ ਫਰੈਂਡਸ। ਸੈਮ ਦਾ ਕੋਈ ਦੋਸਤ ਨਹੀਂ ਸੀ। ਵਾਈਲ ਟੋਮ ਵਾਜ਼ ਅ ਗ੍ਰੇਟ ਫਰੈਂਡਸ਼ਿਪ ਮੇਕਰ। ਜਦੋਂ ਕਿ ਟੋਮ ਜਿਹੜਾ ਸੀ ਉਹ ਦੋਸਤੀ ਜ਼ਿਆਦਾ ਪਾਉਂਦਾ ਸੀ। सैम लव्ड स्वीट्स। सैम ਨੂੰ ਮਿਠਾਈਆਂ ਪਸੰਦ ਸਨ। ਬਟ ਟੋਮ ਲਵਡ ਸਪਾਈਸੀ ਫੂਡ। ਪਰੰਤੂ ਟੋਮ ਨੂੰ ਸਪਾਈਸੀ ਫੂਡ ਨਾਲ ਪਿਆਰ ਸੀ। ਐਂਡ ਡਿਟੇਸਟਡ ਸਵੀਟਸ। ਅਤੇ ਟੋਮ ਜਿਹੜਾ ਸੀ ਡਿਟੇਸਟ ਕਰਨਾ ਮਤਲਬ ਡਿਸਲਾਈਕ ਕਰਨਾ ਸਵੀਟਸ ਨੂੰ। ਸੈਮ ਵਾਜ਼ ਮੋਮੀਜ਼ ਪੈਟ। ਸੈਮ ਮਾਂ ਦਾ ਪਿਆਰਾ ਸੀ। ਐਂਡ ਟੋਮ ਵਾਜ਼ ਡੈਡੀਜ਼ ਪੈਟ। ਟੋਮ ਪਿਤਾ ਦਾ ਪਿਆਰਾ ਸੀ। ਵਾਈਲ ਸੈਮ ਵਾਜ਼ ਜੈਨਰਸ ਐਂਡ ਸੈਲਫਲੈਸ। ਜਦੋਂ ਕਿ ਸੈਮ ਜਿਹੜਾ ਸੀ ਖੁੱਲ੍ਹੇ ਦਿਲ ਵਾਲਾ ਅਤੇ ਨਿਰਸਵਾਰਥ ਸੀ, ਸੈਲਫਲੈਸ ਸੀ। ਟੋਮ ਵਾਜ਼ ਗ੍ਰੇਡੀ ਐਂਡ ਸੈਲਫਿਸ਼। ਟੋਮ ਲਾਲਚੀ ਸੀ ਅਤੇ ਸਵਾਰਥੀ ਸੀ। ਐਜ਼ ਸੈਮ ਐਂਡ ਟੋਮ ਗ੍ਰਿਊ ਅਪ। ਜਿਵੇਂ ਹੀ ਸੈਮ ਅਤੇ ਟੋਮ ਵੱਡੇ ਹੋਏ, ਦੇਅਰ ਫਾਦਰ ਵਾਂਟਡ ਟੂ ਸ਼ੇਅਰ ਹਿਜ਼ ਫੋਰਚਨ ਇਕੁਅਲੀ ਅਮੰਗਸਟ ਦੈਮ। ਉਹਨਾਂ ਦੇ ਪਿਤਾ ਨੇ ਚਾਹਿਆ, ਵਾਂਟਡ ਮਤਲਬ ਚਾਹਿਆ, ਟੂ ਸ਼ੇਅਰ ਵੰਡਣਾ, ਹਿਜ਼ ਫੋਰਚਨ ਮਤਲਬ ਜਾਇਦਾਦ ਨੂੰ ਇਕੁਅਲੀ ਅਮੰਗਸਟ ਦੈਮ, ਦੋਹਾਂ ਦੇ ਵਿੱਚ ਬਰਾਬਰ। ਹਾਊਐਵਰ ਪਰੰਤੂ ਟੋਮ ਡਿਡ ਨੋਟ ਅਗਰੀ। ਟੋਮ ਐਗਰੀ ਨਹੀਂ ਹੋਇਆ। ਐਗਰੀ ਨਹੀਂ ਬੋਲਾਂਗੇ ਇਹਨੂੰ, ਅਗਰੀ ਬੋਲਾਂਗੇ। ਐਂਡ ਹੀ ਆਰਗਿਊਡ ਡੈਟ whoever proved to be more intelligent and strong would have to get a bigger share of the wealth। ਅਤੇ ਉਸਨੇ ਕਿਹਾ ਕਿ ਜੋ ਵੀ ਬੰਦਾ, ਜੋ ਵੀ ਸਾਡੇ ਦੋਨਾਂ 'ਚੋਂ ਪ੍ਰੂਵ ਕਰੇਗਾ ਕਿ ਉਹ ਜ਼ਿਆਦਾ ਸਮਝਦਾਰ ਹੈ ਅਤੇ ਮਜ਼ਬੂਤ ਹੈ, ਉਹ ਜ਼ਿਆਦਾ ਧਨ ਪ੍ਰਾਪਤ ਕਰੇ। ਸੈਮ ਅਗਰੀਡ। ਸੈਮ ਰਾਜੀ ਹੋ ਗਿਆ। ਦੇਅਰ ਫਾਦਰ ਡਿਸਾਈਡਡ ਟੂ ਔਰਗਨਾਈਜ਼ ਅ ਕੰਪੀਟੀਸ਼ਨ ਬਿਟਵੀਨ ਦ ਟੂ। ਉਹਨਾਂ ਦੇ ਪਿਤਾ ਨੇ ਫੈਸਲਾ ਕੀਤਾ ਕਿ ਦੋਨਾਂ ਦੇ ਵਿੱਚ ਇੱਕ ਕੰਪੀਟੀਸ਼ਨ ਔਰਗਨਾਈਜ਼ ਕੀਤਾ ਜਾਵੇ। He asked the two sons to walk as long as they could and return home before sunset। ਤੇ ਉਸਨੇ ਆਪਣੇ ਦੋਨਾਂ ਪੁੱਤਰਾਂ ਨੂੰ ਕਿਹਾ ਕਿ ਉਹ ਤੁਰਨ ਜਾਂ ਚੱਲਣ ਜਿੰਨੀ ਦੂਰ ਉਹ ਜਾ ਸਕਦੇ ਨੇ ਅਤੇ ਸਨਸੈਟ ਮਤਲਬ ਸੂਰਜ ਛਿਪਣ ਤੋਂ ਪਹਿਲਾਂ ਉਹ ਵਾਪਿਸ ਆ ਜਾਣ। The wealth would be divided in proportion of the distance covered। ਅਤੇ ਧਨ ਜਿਹੜਾ ਹੈ, ਜਿੰਨੀ ਉਹ ਡਿਸਟੈਂਸ ਨੂੰ ਕਵਰ ਕਰਨਗੇ, ਜਿੰਨਾ ਦੂਰ ਉਹ ਜਾਣਗੇ, ਉਨੀ ਜ਼ਿਆਦਾ ਉਹਨਾਂ ਨੂੰ ਧਨ ਮਿਲੇਗਾ। ਐਜ਼ ਅ ਰੂਲ ਆਫ ਦਾ ਕੰਪੀਟੀਸ਼ਨ ਦਾ ਜਿਵੇਂ ਕਿ ਰੂਲ ਸੀ, ਦੇ ਵਰ ਨੋਟ ਪਰਮਿਟਡ ਟੂ ਕੈਰੀ ਅ ਵਾਚ ਟੂ ਕੀਪ ਟਰੈਕ ਆਫ ਦਾ ਟਾਈਮ। ਉਹਨਾਂ ਨੂੰ ਵਾਚ, ਘੜੀ ਲੈ ਕੇ ਜਾਣ ਦੀ ਆਗਿਆ ਨਹੀਂ ਸੀ ਤਾਂ ਕਿ ਟਾਈਮ ਦਾ ਪਤਾ ਨਾ ਲੱਗੇ। ਦ ਫੋਲੋਇੰਗ ਡੇ, ਉਹ ਦਿਨ ਆ ਗਿਆ। ਸੈਮ ਐਂਡ ਟੋਮ ਸੈਟ ਆਊਟ ਟੂ ਵਾਕ। ਸੈਮ ਅਤੇ ਟੋਮ ਨੇ ਵਾਕ ਸ਼ੁਰੂ ਕੀਤੀ। ਇਟ ਵਾਜ਼ ਅ ਰੈਦਰ ਸਨੀ ਡੇ। ਇਹ ਇੱਕ ਸਨੀ ਦਿਨ ਸੀ, ਸੂਰਜ ਵਾਲਾ ਦਿਨ ਸੀ। ਸੈਮ ਵਾਕਡ ਸਲੋਲੀ ਐਂਡ ਸਟੀਡਲੀ। ਸੈਮ ਜਿਹੜਾ ਸੀ ਹੌਲੀ ਹੌਲੀ ਚੱਲਿਆ। ਵਾਈਲ ਟੋਮ ਬ੍ਰੋਕ ਇਨਟੂ ਅ ਸਪ੍ਰਿੰਟ ਐਜ਼ ਹੀ ਵਾਜ਼ ਬੈਂਟ ਔਨ ਵਿਨਿੰਗ ਦ ਰੇਸ ਐਂਡ ਆਲਸੋ ਵਿਨਿੰਗ ਅ ਗ੍ਰੇਟਰ ਪੋਰਸ਼ਨ ਆਫ ਹਿਜ਼ ਫਾਦਰਸ ਵੈਲਥ। ਟੋਮ ਜਿਹੜਾ ਸੀ ਸਪ੍ਰਿੰਟ ਮਤਲਬ ਵੈਰੀ ਫਾਸਟ, ਬਹੁਤ ਤੇਜ਼ ਚੱਲਿਆ, ਕਿਉਂਕਿ ਉਸ ਦਾ ਝੁਕਾਅ ਬਹੁਤ ਜ਼ਿਆਦਾ ਧਨ ਜਿੱਤਣ ਵੱਲ ਸੀ। Sam knew that it would be ideal to walk as far as possible till noon। ਸੈਮ ਇਹ ਜਾਣਦਾ ਸੀ ਕਿ ਇਹ ਸਭ ਤੋਂ ਵਧੀਆ ਰਹੇਗਾ ਕਿ ਉਹ ਦੁਪਹਿਰ ਤੱਕ ਜਿੰਨੀ ਦੂਰ ਜਾ ਸਕਦਾ ਹੈ ਜਾਵੇ। ਐਂਡ ਸਟਾਰਟ ਫॉर ਹੋਮ ਐਟ ਨੂਨ ਐਜ਼ ਇਟ ਵੁੱਡ ਟੇਕ ਦ ਸੇਮ ਅਮਾਊਂਟ ਆਫ ਟਾਈਮ ਟੂ ਵਾਕ ਬੈਕ।
ਤੇ ਦੁਪਹਿਰ ਤੋਂ ਬਾਅਦ ਉਹ ਘਰ ਵਾਪਸ ਆਉਣਾ ਸ਼ੁਰੂ ਕਰ ਦੇਵੇ। ਤੇ ਇਸ ਤਰ੍ਹਾਂ ਕੀ ਹੋਏਗਾ, ਸੇਮ ਅਮਾਊਂਟ ਆਫ ਟਾਈਮ ਲੱਗੇਗੀ ਜਿੰਨਾ ਉਹ ਦੁਪਹਿਰ ਤੱਕ ਤੁਰੇਗਾ, ਉਨੇ ਹੀ ਘੰਟਿਆਂ 'ਚ ਉਹ ਘਰੇ ਵਾਪਸ ਆ ਜਾਏਗਾ। ਨੋਇੰਗ ਦਿਸ, ਇਸ ਨੂੰ ਜਾਣਦੇ ਹੋਏ ਸੈਮ ਡਿਸਾਈਡਡ ਟੂ ਟਰਨ ਬੈਕ ਫॉर ਹੋਮ ਐਟ noon ਸੋ ਐਜ਼ ਰੀਚ ਹੋਮ ਔਨ ਟਾਈਮ। ਸੈਮ ਨੇ ਫੈਸਲਾ ਕੀਤਾ ਕਿ ਉਹ ਘਰ ਵਾਪਸ ਜਾਏਗਾ ਦੁਪਹਿਰ ਨੂੰ ਤਾਂ ਕਿ ਘਰੇ ਟਾਈਮ 'ਤੇ ਪਹੁੰਚ ਸਕੇ। ਹਾਊਐਵਰ, ਪਰੰਤੂ ਟੌਮ ਵਿਦ ਹਿਜ਼ ਗ੍ਰੀਡ ਟੂ ਅਰਨ ਮੋਰ ਵੈਲਥ, ਆਪਣੇ ਲਾਲਚ ਦੇ ਨਾਲ ਕਿ ਉਹ ਹੋਰ ਜ਼ਿਆਦਾ ਧਨ ਜਿੱਤੇਗਾ, did not attempt to return home and after mid-noon, even after mid-noon, ਉਸਨੇ ਦੁਪਹਿਰ ਤੋਂ ਬਾਅਦ ਵੀ ਵਾਪਿਸ ਆਉਣਾ ਸ਼ੁਰੂ ਨਹੀਂ ਕੀਤਾ। He walked twice as long as Sam, ਉਹ ਸੈਮ ਤੋਂ ਡਬਲ ਦੂਰੀ 'ਤੇ ਗਿਆ and thought he would still be able to return home before sunset, ਤੇ ਸਟਿਲ ਮਤਲਬ ਹਲੇ ਵੀ ਉਹ ਸੋਚ ਰਿਹਾ ਸੀ ਕਿ ਯੋਗ ਹੈ ਘਰ ਵਾਪਸ ਆਉਣ ਦੇ ਬਿਫੋਰ ਸਨਸੈਟ, ਸੂਰਜ ਛਿਪਣ ਤੋਂ ਪਹਿਲਾਂ। ਹੀ ਹਰੀਡ ਬੈਕ ਵੈਨ ਹੀ ਸੋ ਦਾ ਸਨ ਟਰਨ ਔਰੇਂਜ, ਉਹ ਜਲਦੀ ਨਾਲ ਵਾਪਸ ਮੁੜਿਆ ਤੇ ਉਸਨੇ ਦੇਖਿਆ ਕਿ ਜਿਹੜਾ ਸੂਰਜ ਸੀ ਉਹ ਹੁਣ ਉਹ ਸੰਤਰੀ ਹੋ ਗਿਆ ਸੀ। ਅਨਫੋਰਚੂਨੇਟਲੀ, ਬਦਕਿਸਮਤੀ ਨਾਲ, ਹੀ ਕੁਡ ਨੋਟ ਈਵਨ ਮੇਕ ਇਟ ਹਾਫ ਵੇ ਹੋਮ ਐਜ਼ ਦਾ ਸਨ ਸਟਾਰਟਡ ਟੂ ਸੈਟ, ਉਸਨੇ ਹਲੇ ਅੱਧਾ ਰਸਤਾ ਵੀ ਵਾਪਸੀ ਦਾ ਤੈਅ ਨਹੀਂ ਕੀਤਾ ਸੀ ਕਿ ਸੂਰਜ ਛਿਪਣਾ ਸ਼ੁਰੂ ਹੋ ਗਿਆ। ਸਲੋਲੀ, ਹੌਲੀ ਹੌਲੀ, ਡਾਰਕਨੈਸ, ਹਨੇਰੇ ਨੇ ਗਲਤ ਘੇਰ ਲਿਆ ਹਿਜ਼ ਪਾਥ, ਉਸਦਾ ਰਾਹ, ਐਂਡ ਹੀ ਹੈਡ ਟੂ ਡਰੈਗ ਹਿਜ਼ ਟਾਇਰਡ ਫੀਟ ਬੈਕ ਹੋਮ, ਤੇ ਉਹ ਆਪਣੀ ਲੱਤਾਂ ਨੂੰ ਖਿੱਚਣ ਲੱਗਿਆ ਤਾਂ ਕਿ ਉਹ ਘਰ ਪਹੁੰਚ ਸਕੇ। ਮੋਰਲ, ਹੀ ਹੈਡ ਲੋਸਟ ਦਾ ਰੇਸ, ਉਸਨੇ ਰੇਸ ਹਾਰ ਲਈ। ਓਨਲੀ ਬਿਕੋਜ਼ ਆਫ ਹਿਜ਼ ਗ੍ਰੀਡ, ਸਿਰਫ ਉਸਦੇ ਲਾਲਚ ਕਰਕੇ ਉਹ ਰੇਸ ਹਾਰ ਗਿਆ। ਗ੍ਰੀਡ ਲੀਡਸ ਟੂ ਲੋਸ, ਲਾਲਚ ਹਮੇਸ਼ਾ ਹਰਾਉਂਦਾ ਹੈ। ਧੰਨਵਾਦ। ਕਿਰਪਾ ਕਰਕੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਸਟੋਰੀ ਟਾਈਮ।